गुड मॉर्निंग स्टूडेंट्स, हाउ आर यू? फाइन स्टूडेंट्स, तो ਆਪਾਂ ਨੇ ਕੰਟੀਨਿਊਟੀ ਤੇ ਡਿਫਰੈਂਸ਼ੀਬਿਲਿਟੀ ਦੇ ਉੱਪਰ ਟੌਪਿਕ ਆਪਾਂ ਆਲਰੇਡੀ ਕਰ ਚੁੱਕੇ ਸੀ ਤੇ ਲਾਸਟ ਆਪਣੀ ਵੀਡੀਓਜ਼ ਜਿਹੜੇ ਆਪਾਂ ਨੇ ਕੀਤਾ ਸੀ ਉਸ ਦੇ ਵਿੱਚ ਆਪਾਂ ਨੇ ਰਿਲੇਸ਼ਨ ਤੇ ਫੰਕਸ਼ਨ ਬਾਰੇ ਡਿਸਕਸ ਕੀਤਾ ਸੀਗਾ। ਹੁਣ ਆਪਣਾ ਰਿਲੇਸ਼ਨ ਫੰਕਸ਼ਨ ਟੌਪਿਕ ਕੰਪਲੀਟ ਹੋ ਚੁੱਕਿਆ ਤੇ ਤੁਹਾਡੇ ਕੋਲ ਨਾ ਕੰਟੀਨਿਊਟੀ ਡਿਫਰੈਂਸ਼ੀਬਿਲਿਟੀ ਦੇ ਵਿੱਚ ਤੁਹਾਡਾ ਟੌਪਿਕ ਰਹਿੰਦਾ ਸੀਗਾ ਮੀਨ ਵੈਲਿਊ ਥਿਊਰਮ। ਠੀਕ ਹੈ, ਮੈਂ ਉਸ ਦੇ ਨਾਲ ਰਿਲੇਟਡ ਤੁਹਾਡੇ ਅੱਜ ਵਾਲੀ ਵੀਡੀਓ ਦੇ ਵਿੱਚ ਡਿਸਕਸ ਕਰੂੰਗੀ ਇਸ ਟੌਪਿਕ ਨਾਲ ਰਿਲੇਟਡ। ਇਹ ਤੁਹਾਡੇ NCERT ਦੀ 5th ਚੈਪਟਰ ਦੇ ਵਿੱਚ ਕੁਝ ਐਕਸਰਸਾਈਜ਼ ਹੈ, ਉਸ ਨੂੰ ਸੋਲਵ ਕਰ ਲਿਓ। ਠੀਕ ਹੈ, ਮੀਨ ਵੈਲਿਊ ਥਿਊਰਮ ਤਾਂ ਇਸ ਦੇ ਵਿੱਚ ਤੁਹਾਨੇ ਕੰਟੀਨਿਊਟੀ ਤੇ ਡਿਫਰੈਂਸ਼ੀਬਿਲਿਟੀ ਬਾਰੇ ਪੜ੍ਹਿਆ ਹੋਇਆ ਕਿ ਇੱਕ ਫੰਕਸ਼ਨ ਕਦੋਂ ਸਾਡੇ ਕੋਲ ਕੰਟੀਨਿਊਸ ਹੁੰਦਾ ਤੇ ਕਦੋਂ ਸਾਡੇ ਕੋਲ ਡਿਫਰੈਂਸ਼ੀਏਬਲ ਹੁੰਦਾ। ਠੀਕ ਹੈ, ਹੁਣ ਤੁਹਾਡੇ ਕੋਲ ਉਸ ਦੇ ਨਾਲ ਰਿਲੇਟਡ ਤੁਹਾਡੇ ਕੋਲ ਦੋ ਥਿਊਰਮਸ ਆ ਰਹੀਆਂ ਨੇ, ਵਿਚ ਦਾ ਰੋਲਸ ਥਿਊਰਮ ਐਂਡ ਲੈਗਰੈਂਜਸ ਵੈਲਿਊ ਥਿਊਰਮ। ਰੋਲਸ ਥਿਊਰਮ ਦੇਖੋ ਤੁਹਾਨੂੰ ਕੀ ਗੱਲ ਕਹਿੰਦੀ ਹੈ ਕਿ ਸਾਡੇ ਕੋਲ ਇੱਕ ਫੰਕਸ਼ਨ ਹੈ ਜਿਹੜਾ ਕਿ ਕਿਸੇ ਕਲੋਜ਼ਡ ਇੰਟਰਵਲ ਤੋਂ ਲੈ ਕੇ, ਇਸਦਾ ਮਤਲਬ ਕਿ ਇਸ ਫੰਕਸ਼ਨ ਦੀ ਜਿਹੜੀ ਡੋਮੇਨ ਹੈ ਦਿਸ ਇਜ਼ ਅ ਕਲੋਜ਼ਡ ਇੰਟਰਵਲ ਤੋਂ ਲੈ ਕੇ ਰੀਅਲ ਤੱਕ ਜਾ ਰਿਹਾ ਹੈ ਤੇ ਇਹ ਫੰਕਸ਼ਨ ਸਾਡੇ ਕੋਲ ਕੀ ਹੈ ਇਸ ਇੰਟਰਵਲ ਦੇ ਉੱਪਰ ਕੰਟੀਨਿਊਸ ਹੈ ਤੇ ਸਾਡੇ ਕੋਲ ਕੀ ਹੈ ਡਿਫਰੈਂਸ਼ੀਏਬਲ ਹੈ ਇਸ ਇੰਟਰਵਲ ਦੇ ਓਪਨ ਇੰਟਰਵਲ ਦੇ ਉੱਪਰ। ਓਪਨ ਇੰਟਰਵਲ ਦਾ ਮਤਲਬ ਕਿ ਸਾਡੇ ਕੋਲ A ਤੇ B ਇਸ ਦੇ ਵਿੱਚ ਇੰਕਲੂਡਡ ਨਹੀਂ ਹੋ ਰਹੇ, A ਤੇ B ਨੂੰ ਛੱਡ ਕੇ ਆਪਣੇ ਕੋਲ ਇਹ ਫੰਕਸ਼ਨ ਕੀ ਹੈ ਇਸ ਦੇ ਵਿੱਚ ਡਿਫਰੈਂਸ਼ੀਏਬਲ ਹੈ। ਠੀਕ ਹੈ, ਤਾਂ ਕਹਿੰਦੇ ਜੇ ਸਾਡੇ ਕੋਲ ਕੋਈ ਵੀ ਤੇ ਇੱਕ ਹੋਰ ਗੱਲ ਜਿਹੜੇ ਇਸ ਇੰਟਰਵਲ ਦੇ ਐਂਡਸ ਪੁਆਇੰਟਸ ਨੇ ਉਹਨਾਂ ਦੇ ਉੱਪਰ ਫੰਕਸ਼ਨ ਦੀ ਵੈਲਿਊ ਸਾਡੇ ਕੋਲ ਕੀ ਆ ਰਹੀ ਹੈ ਸੇਮ ਆ ਰਹੀ ਹੈ, ਮਤਲਬ ਇਹ ਫੰਕਸ਼ਨ ਤਿੰਨ ਗੱਲਾਂ ਕੰਪਲੀਟ ਕਰ ਲਿਆ। ਤਾਂ ਜੇ ਕੋਈ ਫੰਕਸ਼ਨ ਇਹ ਤਿੰਨ ਕੰਡੀਸ਼ਨਸ ਨੂੰ ਫੁੱਲਫਿਲ ਕਰ ਲਿਆ ਤਾਂ ਇਸ ਦੇ ਨਾਲ ਕਹਿੰਦੇ ਸਾਡੇ ਕੋਲ ਉਸ ਓਪਨ ਇੰਟਰਵਲ ਦੇ ਵਿੱਚ ਕੋਈ C ਪੁਆਇੰਟ ਹੋਊਗਾ ਜਿਹਦੇ ਉੱਪਰ ਫੰਕਸ਼ਨ ਦਾ ਡੈਰੀਵੇਟਿਵ 0 ਹੋਏਗਾ। ਮੈਂ ਇਹ ਸਮਝਾਉਂਦੀ ਇਸ ਦਾ ਸਾਰੇ ਦਾ ਕੀ ਮਤਲਬ ਹੈ। ਤਾਂ ਸਭ ਤੋਂ ਪਹਿਲਾਂ ਕੀਤਾ ਮੈਂ ਇਸ ਨੂੰ ਗ੍ਰਾਫਿਕਲੀ ਸਮਝਾਉਣ ਜਾ ਰਹੀ ਹਾਂ ਤੇ ਫਿਰ ਉਸ ਤੋਂ ਬਾਅਦ ਇੱਕ ਕੁਐਸਚਨ ਆਪਾਂ ਇਸ ਨਾਲ ਰਿਲੇਟਡ ਕਰਾਂਗੇ। ਠੀਕ ਹੈ, ਤੁਹਾਡੇ ਕੋਲ A B ਇੱਕ ਇੰਟਰਵਲ ਹੈ, ਇਸ ਦੇ ਵਿੱਚ ਇੱਕ ਫੰਕਸ਼ਨ ਹੈ ਜਿਹੜਾ ਕਿ ਸਾਨੂੰ ਦਿੱਤਾ ਹੋਇਆ ਕੰਟੀਨਿਊਸ। ਤੁਹਾਨੂੰ ਪਤਾ ਨਾ ਜੇ ਕੋਈ ਫੰਕਸ਼ਨ ਕੰਟੀਨਿਊਸ ਹੈ, ਮੇਰੀ ਲਾਸਟ ਵੀਡੀਓ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਕਿ ਆਪਾਂ ਉਸਦਾ ਗ੍ਰਾਫ ਵਿਦਾਊਟ ਪੈਨ ਪਿਕ ਕਰੇ ਬਣਾ ਸਕਦੇ ਹਾਂ। ਮੰਨ ਲਓ ਮੈਨੇ ਇਹਦਾ ਗ੍ਰਾਫ ਕੁਛ ਇਸ ਤਰੀਕੇ ਨਾਲ ਬਣਾਤਾ। ਠੀਕ ਹੈ, ਇਸ ਤਰੀਕੇ ਨਾਲ ਇਹਦਾ ਗ੍ਰਾਫ ਬਣ ਗਿਆ। ਠੀਕ ਹੈ, ਇਹ ਆਪਣੇ ਕੋਲ ਆ ਗਿਆ f of x ਫੰਕਸ਼ਨ, ਇਸਦਾ ਗ੍ਰਾਫ ਬਣ ਗਿਆ ਸਾਡੇ ਕੋਲ। ਉਸ ਤੋਂ ਬਾਅਦ ਹੁਣ ਦੂਸਰੀ ਗੱਲ, ਇਹ ਫੰਕਸ਼ਨ ਸਾਡੇ ਕੋਲ ਕੀ ਹੈ AB ਇੰਟਰਵਲ ਦੇ ਵਿੱਚ ਕੰਟੀਨਿਊਸ ਹੈ। ਠੀਕ ਹੈ, ਗ੍ਰਾਫਿਕਲੀ ਪਤਾ ਲੱਗ ਰਿਹਾ। ਇਹੀ ਫੰਕਸ਼ਨ ਸਾਡੇ ਕੋਲ ਕੀ ਹੈ ਇਸ ਇੰਟਰਵਲ ਦੇ ਵਿੱਚ ਡਿਫਰੈਂਸ਼ੀਏਬਲ ਵੀ ਹੈ। ਡਿਫਰੈਂਸ਼ੀਏਬਲ ਕਿਉਂਕਿ ਤੁਸੀਂ ਦੇਖੋ ਇਸ ਕਰਵ ਦੇ ਉੱਪਰ ਜਿੰਨੇ ਵੀ ਪੁਆਇੰਟ ਨੇ ਨਾ ਆਪਾਂ ਇਸ ਦੇ ਉੱਪਰ ਨਾ ਸਿਰਫ ਇੱਕੋ ਹੀ ਟੈਂਜੈਂਟ ਡਰੋ ਕਰ ਸਕਦੇ ਹਾਂ। ਡਿਫਰੈਂਸ਼ੀਏਬਿਲਿਟੀ ਦਾ ਮਤਲਬ ਵੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਡਿਫਰੈਂਸ਼ੀਏਬਲ ਕੋਈ ਵੀ ਫੰਕਸ਼ਨ ਕਦੋਂ ਹੁੰਦਾ ਜਦੋਂ ਉਸਦੀ ਕਰਵ ਸਮੂਥ ਹੋਵੇ। ਸਮੂਥ ਇਨ ਦਾ ਸੈਂਸ ਇਫ we take any point on this curve we can draw only one tangent, unique tangent. ठीक है, and this is a continuous as well as a differentiable function। continuous भी है ਤੇ ਸਾਡੇ ਕੋਲ ਨਾਲ ਕੀ ਹੈ ਡਿਫਰੈਂਸ਼ੀਏਬਲ ਹੈ ਇਨ ਦਾ ਓਪਨ ਇੰਟਰਵਲ A to B। A ਤੇ B ਦੇ ਵਿੱਚ ਵਾਲੇ ਪੁਆਇੰਟਾਂ ਦੇ ਉੱਪਰ ਇਹ ਫੰਕਸ਼ਨ ਸਾਡੇ ਕੋਲ ਇਹ ਸਾਰੇ ਪੁਆਇੰਟਾਂ ਦੇ ਉੱਪਰ ਫੰਕਸ਼ਨ ਕੀ ਹੈ ਡਿਫਰੈਂਸ਼ੀਏਬਲ ਹੈ। ਤੀਸਰੀ ਕੰਡੀਸ਼ਨ, ਇਹ ਫੰਕਸ਼ਨ ਕੀ ਹੈ ਐਂਡਸ ਪੁਆਇੰਟ ਦੇ ਉੱਪਰ ਨਾ ਆਨਸਰ ਦੀ ਵੈਲਿਊ ਸੇਮ ਦੇਵੇ। ਦੇਖੋ ਦਿਸ ਇਜ਼ ਯੂਰ FA ਹੈ, ਦਿਸ ਇਜ਼ ਯੂਰ f of A, ਇਸਦੇ ਕੋਰਸਪੋਂਡਿੰਗ ਹੀ ਲਗਾ ਲਓ ਇਹ f of B ਹੈ। ਇਹ ਦੋਨਾਂ ਦਾ ਲੈਵਲ ਸੇਮ ਹੈ, ਮਤਲਬ ਤੁਹਾਡੇ ਕੋਲ f of A ਤੇ f of B ਵੀ ਕੀ ਆਉਣ ਸੇਮ ਆਉਣ, ਮਤਲਬ ਇਹ ਵਾਲੀ ਵੈਲਿਊ ਤੇ ਇਹ ਵਾਲੀ ਵੈਲਿਊ ਕੀ ਆਵੇ ਸੇਮ ਆਵੇ। ਤੁਹਾਡੇ ਸਾਰੇ ਕੰਡੀਸ਼ਨਸ ਪੂਰੀਆਂ ਹੋ ਜਾਣ, ਇਸ ਦੇ ਵਿੱਚ ਸਾਰੀਆਂ ਕੰਡੀਸ਼ਨਸ ਪੂਰੀਆਂ ਹੋ ਰਹੀਆਂ ਨੇ ਤਾਂ ਫਿਰ ਸਾਡੇ ਕੋਲ ਮੀਨ ਵੈਲਿਊ ਥਿਊਰਮ ਕੀ ਕਹਿੰਦੀ ਹੈ ਕਿ ਜੇ ਸਾਡੇ ਕੋਲ ਕੋਈ ਵੀ ਫੰਕਸ਼ਨ ਇਹ ਤਿੰਨ ਕੰਡੀਸ਼ਨਸ ਨੂੰ ਕੰਪਲੀਟ ਕਰ ਲਿਆ ਨਾ ਤਾਂ ਇਸ AB ਇੰਟਰਵਲ ਦੇ ਵਿੱਚ ਸਾਡੇ ਕੋਲ ਕੋਈ C ਪੁਆਇੰਟ ਐਗਜ਼ਿਸਟ ਕਰੂਗਾ। ਦੇਖੋ ਜੇ ਆਪਾਂ ਨੇ AB ਇੰਟਰਵਲ ਦੇ ਵਿੱਚ ਦੇਰ ਐਗਜ਼ਿਸਟ ਆ C ਪੁਆਇੰਟ ਇਨ ਇੰਟਰਵਲ ਓਪਨ ਇੰਟਰਵਲ C AB। ਠੀਕ ਹੈ, C ਪੁਆਇੰਟ ਐਗਜ਼ਿਸਟ ਕਰ ਗਿਆ। ਹੁਣ ਤੁਹਾਨੂੰ ਪਤਾ ਨਾ C ਪੁਆਇੰਟ ਦੇ ਕੋਰਸਪੋਂਡਿੰਗ ਇਹ C ਪੁਆਇੰਟ ਹੈ, ਇਸ ਦੇ ਕੋਰਸਪੋਂਡਿੰਗ ਦਿਸ ਇਜ਼ ਆ f of C, ਮਤਲਬ ਫੰਕਸ਼ਨ ਦੀ ਵੈਲਿਊ ਐਟ ਪੁਆਇੰਟ C ਇਹ ਹੈ। ਠੀਕ ਹੈ, ਤਾਂ ਉਹਨਾਂ ਨੇ ਕੀ ਕਿਹਾ ਕਿ ਫੰਕਸ਼ਨ ਦਾ ਡੈਰੀਵੇਟਿਵ ਨਾ ਉਸ ਪੁਆਇੰਟ ਦੇ ਉੱਪਰ ਤੁਹਾਡੇ ਕੋਲ ਕੀ ਹੋ ਜਾਏਗਾ 0 ਹੋ ਜਾਏਗਾ। ਹੁਣ ਦੇਖੋ ਫੰਕਸ਼ਨ ਦਾ ਡੈਰੀਵੇਟਿਵ ਉਸ ਪੁਆਇੰਟ ਦੇ ਉੱਪਰ 0 ਦਾ ਕੀ ਮਤਲਬ ਹੈ ਤੁਹਾਨੂੰ ਪਤਾ ਨਾ ਕਿ ਡੈਰੀਵੇਟਿਵ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ। ਕਿਸੇ ਵੀ ਫੰਕਸ਼ਨ ਦਾ ਕਿਸੇ ਵੀ ਪੁਆਇੰਟ ਦੇ ਉੱਪਰ ਡੈਰੀਵੇਟਿਵ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ ਉਸ ਫੰਕਸ਼ਨ ਉਸ ਪੁਆਇੰਟ ਦੇ ਜਿਹੜਾ ਫੰਕਸ਼ਨ ਦੀ ਵੈਲਿਊ ਆਉਂਦੀ ਉਸ ਦੇ ਉੱਪਰ ਜਿਹੜੀ ਆਪਾਂ ਟੈਂਜੈਂਟ ਡਰੋ ਕਰਦੇ ਹਾਂ ਉਹ ਉਸ ਨੂੰ ਡਿਨੋਟ ਕਰਦਾ ਹੈ। ਤਾਂ ਦੇਖੋ C ਪੁਆਇੰਟ ਦੇ ਉੱਪਰ ਇਹ ਫੰਕਸ਼ਨ ਦੀ ਵੈਲਿਊ f of C ਹੈ, ਇਸ ਦੇ ਉੱਪਰ ਆਪਾਂ ਟੈਂਜੈਂਟ ਡਰੋ ਕਰੀਏ
दिस इज़ अ टेंजेंट। और तुसी एक गल देखो, जे तुहाडे कोल टेंजेंट दी स्लोप, टेंजेंट दी स्लोप नूं रिप्रजेंट करदा ना जिहड़ा डेरीवेटिव है, आपां की देखिया कि जिहड़ी ये टेंजेंट बनाई है आपां ने, ड्रॉ कीती है इस सी पॉइंट दे उपर, इस सी पॉइंट दे उपर जिहड़ी टेंजेंट है दिस इज़ अ पैरेलल टू एक्स एक्सिस। मतलब एफ सी दे उपर जिहड़ी आपां टेंजेंट सी पॉइंट दे कोरसपोंडिंग आपां ने उरे बनाई टेंजेंट, दिस इज़ अ पैरेलल टू एक्स एक्सिस। इफ दिस लाइन इज़ पैरेलल टू एक्स एक्सिस इट मेक्स एंगल 0 विद द एक्स एक्सिस। यही एक्स एक्सिस नाल कितना एंगल बनाएगी, 0 एंगल बनाएगी। जब एक्स एक्सिस नाल 0 एंगल बनाएगी तो इसकी स्लोप कितनी होएगी, इस टेंजेंट की स्लोप की मेरी स्लोप आएगी इसकी tan 0, बिकॉज इसने कितना एंगल बनाया, 0 एंगल बनाया एक्स एक्सिस नाल, तो इसकी स्लोप 0 होगी, तो tan 0 साडे कोल क्या आ जाऊगा, 0 आ जाऊगा। तो आपां नूं पता है कि आपां किसी भी पॉइंट की दे उपर जब आपां टेंजेंट की स्लोप कढ रहे हैं तो मतलब क्या है कि आपां उस फंक्शन का उस पॉइंट के उपर डेरीवेटिव कढ रहे हैं। इसका मतलब कि उस फंक्शन का डेरीवेटिव एट पॉइंट सी साडे कोल क्या आऊगा, 0। मतलब रोल्स थ्योरम का ग्राफिकली मतलब की है कि जे कोई भी क्लोज इंटरवल दे विच साडे कोल फंक्शन कॉन्टीन्यूस ते डिफरेंशिएबल हो जाए, प्लस वो क्लोज इंटरवल के एंड्स पॉइंट के उपर अपना आंसर सेम देन लग जाए, तो असीं उस क्लोज इंटरवल के उपर कोई पॉइंट ले सकते हैं जिहदे उपर आपां जदों टेंजेंट ड्रॉ करांगे ना, वो जिहड़ी टेंजेंट है दैट टेंजेंट इज़ पैरेलल टू द एक्स एक्सिस। वो टेंजेंट साडे कोल की हो जाएगी, पैरेलल टू एक्स एक्सिस हो जाएगी। एंड वी नो डैट टेंजेंट किस चीज़ नूं रिप्रजेंट करती है, टेंजेंट किस नूं रिप्रजेंट करती है, उस करव दे उपर, उस पॉइंट दे उपर जिहड़ी असीं टेंजेंट बनाई है, वो स्लोप किस नूं रिप्रजेंट करती है, उस पॉइंट उस फंक्शन के डेरीवेटिव नूं रिप्रजेंट करती है। जो टेंजेंट की स्लोप एट पॉइंट सी 0 होगी, डैट्स मीन इज द डेरीवेटिव एट पॉइंट सी 0 हो गया, इज मतलब फंक्शन का डेरीवेटिव एट पॉइंट सी 0 हो गया। ठीक है, दूसरी गल मतलब आप एक पॉइंट लभ सकते हैं रोल्स थ्योरम, बस सानू ये गल कह रही है। सैकेंड एक होर भी इस दे विच खास गल याद रखियो, मान लो ए बी एक इंटरवल लिखता मैंने एक फंक्शन बनाया इस दे उपर, मतलब ये ठीक है, दिस इज योर अगेन कॉन्टिन्यूस फंक्शन बिकॉज आई कैन ड्रॉ दिस ग्राफ विदाउट लिफ्टिंग द पेन। ठीक है, second this function is also differentiable because this curve is a smooth curve, at every point on this curve we can draw only unique tangent, so this function is continuous as well as differentiable, both two conditions satisfied। ठीक, third condition, third f of this is your f of a, this is your f of b, f of a, f of b same level, so it this graph also satisfy the third condition of Rolle's theorem। Then by Rolle's theorem, if a function satisfy these three conditions, then we can find any point in closed interval a to b, in open interval a to b, such that the tangent at that point, slope of the tangent at that point becomes 0, means its derivative at point c becomes 0। दिस मैं थोड़ा इस बारे पहले उरे डिस्कस कर चुकी हैं, बट उरे एक गल का ध्यान रखियो कि यह जरूरी नहीं है कि तुसी ए बी इंटरवल दे विच सिर्फ एको ही पॉइंट लभ सकते हो। मान लो मैंने एक C1 ले लिया, दिस इज योर C2, इस थोड़े को एफ ऑफ C1 आ जाऊगा क्योंकि फंक्शन की वैल्यू आ गई C1। इस उपर मैंने टेंजेंट ड्रॉ कर दी, दिस वन, एक ए पॉइंट लगा लो C3, दिस इज एफ ऑफ C3, दिस इज योर tangent। Similarly, this is f of C2, this is your tangent। Now you can observe at the point C1, C2 and C3, if I draw the tangents at this point, these all tangents are parallel to x-axis। If these three tangents are parallel to x-axis, that's mean it's tangent slope of tangent नहीं slope of tangents are parallel to x axis, so its slopes are 0। मतलब FC1 के ऊपर टेंजेंट की स्लोप भी 0 होगी, C2 के ऊपर भी टेंजेंट की स्लोप 0 होगी, C3 पॉइंट के ऊपर भी टेंजेंट की स्लोप की होगी 0 होगी। एंड वी नो डैट स्लोप ऑफ अ टेंजेंट रिप्रेजेंट द
derivative of a function at that points. It's mean derivative of function at point c10, derivative of at point c2 is equal to 0, derivative of c3 is equal to 0. मतलब मैं थोनों इस एग्जाम्पल सो की समझाना चाहनी है कि यह जरूरी नहीं है कि आप उस क्लोज इंटरवल के सिर्फ एको ही पॉइंट लभांगे, वो यू कैन फाइंड इनफिनाइटली मैनी पॉइंट्स. फॉर एग्जाम्पल इस मैंने फिनाइटली पॉइंट्स आप फाइंड आउट कर सकते बिकॉज इस इंटरवल के मैंने देखो C1 C2 C3 पॉइंट लभ ली. इस तरीके नाल तुसीं बहुत सारे पॉइंट इस लभ सकते हो. ठीक है ना, इस तरीके नाल मतलब ये थोड़ी रोल्स थ्योरम का ग्राफिकली मतलब है. हुण मैं तुहानूं रोल्स थ्योरम दे एक क्वेश्चन करके दिखा रही हूँ, इसनूं देखियो. देखो थोड़ी फर्स्ट एग्जाम्पल, वेरीफाई रोल्स थ्योरम फॉर द फंक्शन एफ एक्स इज इक्वल टू एक्स स्केयर प्लस 2x माइनस 8 एक्स बिलोंग्स टू क्लोज इंटरवल -4 to 2. दिस इज योर क्वेश्चन. ठीक है, हुण तुसीं देखो ਆਪਾਂ ਨੇ ਇਸ ਨੂੰ ਇਸ ਦੇ ਉੱਪਰ ਰੋਲਸ ਥਿਓਰਮ ਵੈਰੀਫਾਈ ਕਰਵਾਉਣੀ ਹੈ. ਵੈਰੀਫਾਈ ਦਾ ਮਤਲਬ ਕੀ ਹੈ ਕਿ ਇਸ ਕਲੋਜ਼ ਇੰਟਰਵਲ ਦੇ ਉੱਪਰ ਜੇ ਅਸੀਂ ਵਿੱਚੋਂ ਕੋਈ ਪੁਆਇੰਟ ਲੱਭ ਸਕਦੇ ਹੋਏ ਜਿਸ ਦਾ ਫੰਕਸ਼ਨ ਦਾ ਡੈਰੀਵੇਟਿਵ 0 ਆ ਗਿਆ, ਦੈਨ ਦਾ ਰੋਲਸ ਥਿਓਰਮ ਇਜ਼ ਵੈਰੀਫਾਈਡ ਹੇਅਰ. ਵੀ ਨੋ ਡੈਟ from my video of continuity you can check this is a polynomial and we know that every polynomial is always continuous as well as differentiable. ये आप already discuss कर चुके हैं. since f आप लिखांगे since fx is a polynomial, fx is a polynomial and we know every polynomial is always a nomial is always continuous and differentiable. Two conditions are satisfied of Rolle's theorem here. Now we will check the function's value at the end points. Now firstly check f of -4 is equal कितना आंदा 16 minus 8 minus 8, it becomes 0. Now f of 2 4 plus 4 minus 8 is equal to 0. It also becomes 0. So f of -4 is equal to f of 2. So this given function satisfy all conditions of Rolle's theorem on this interval. Then by definition of Rolle's theorem there exists a point C belongs to open interval -4 to 2 such that function's derivative at point C is equal to 0. मतलब असी कोई C पॉइंट इस ओपन इंटरवल ਦੇ ਵਿੱਚ ਲੱਭ ਸਕਦੇ ਹਾਂ ਜਿਹਦੇ ਉੱਪਰ ਫੰਕਸ਼ਨ ਦਾ ਡੈਰੀਵੇਟਿਵ ਸਾਡੇ ਕੋਲ ਕੀ ਹੋਏਗਾ 0 ਹੋਏਗਾ. ਫੰਕਸ਼ਨ ਦਾ ਡੈਰੀਵੇਟਿਵ ਸਾਡੇ ਕੋਲ ਕੀ ਆ ਜਾਏਗਾ 2x plus 2, it becomes 2c plus 2 is equal to 0. then C is a -1. ठीक है, C is -1 which lies in this interval. So we can find the value of C. ठीक है, this is your this is your Rolle's theorem. ठीक है, now देखो हुण तुसीं की पढ़िया कि जे तुहाडे कोल 3 कंडीशनस कोई भी फंक्शन होल्ड करता है किसी क्लोज इंटरवल के उपर तो असी उस इंटरवल के अंदर कोई पॉइंट फाइंड आउट कर सकते हैं जिहदे उपर फंक्शन का डेरीवेटिव की हो जाएगा 0 हो जाएगा. ये रोल्स थ्योरम की कंडीशन है, मतलब 3 कंडीशनस के नाल आपां एक 4th कंडीशन नू फुलफिल करवा सकते हैं. बट इसका कन्वर्स ट्रू हैगा या नहीं आप इस दे बारे डिस्कस करांगे. हुण कन्वर्स का मतलब की होया कि अंडर 3 कंडीशनस जे आप 4th कंडीशन फंक्शन का डेरीवेटिव एट पॉइंट 0 है वो आप करवा रहे हैं प्रूव, तो आप ये चेक करांगे कि जे किसी फंक्शन का डेरीवेटिव किसी पॉइंट के उपर 0 हो जाता है तो वो फंक्शन वो 3 कंडीशनस नू फुलफिल करता है. दिस इज़ अ कन्वर्स. जे करता तो कन्वर्स ट्रू है, मतलब 3 कंडीशनस के नाल 4th कंडीशन होल्ड हो रही है तो आप ये देखना है कि उस 4th कंडीशन के नाल कि वो 3 कंडीशनस होल्ड हो रही नहीं. ठीक है, इफ़ 3 कंडीशनस आर fulfilled with this 4th condition then we can say that the converse of Rolle's theorem is true. ठीक है, is a converse of Rolle's theorem is true. We will discuss about it. Suppose that fx is equal to greatest integer function. ठीक है,
on interval 5 to 7. We know that this function is not continuous as well as not differentiable. ठीक है ना. f of x is a function greatest integer on this interval. ठीक है. Firstly, we know that if x lies between 5 to 6, it becomes 5. बिकॉज एक्स की वैल्यू 5 तो 6 के अंदर इस फंक्शन की वैल्यू की होगी 5. 6 तो नहीं, 6 के उपर इसका आंसर 6 आएगा बाय डेफिनेशन ऑफ ग्रेटेस्ट इंटीजर. एट पॉइंट 6 एक्स लाइज बिटवीन 6 and 7, its value is 6, and when x lies equal to 7 then its values is 7. ठीक है. उस तो बाद फंक्शन का डेरीवेटिव एट पॉइंट एक्स. ਤੁਸੀਂ ਦੇਖੋ ਕਿ ਜਦੋਂ x ਦੀ ਵੈਲਿਊ 5 ਤੋਂ ਲੈ ਕੇ 6 ਦੇ ਵਿੱਚ ਹੁੰਦੀ ਹੈ ਉਸ ਟਾਈਮ ਫੰਕਸ਼ਨ ਦੀ ਵੈਲਿਊ ਕੀ ਹੈ 5 ਵਿਚ ਇਜ਼ ਅ ਕੌਨਸਟੈਂਟ ਫੰਕਸ਼ਨ. ਇਟ ਬਿਕਮਸ 0. 6 ਦੇ ਉੱਪਰ ਇਹ ਡਿਫਰੈਂਸ਼ੀਏਬਲ ਨਹੀਂ ਹੈਗਾ. ਠੀਕ ਹੈ. ਚਲੋ ਆਪਾਂ ਸਿਰਫ ਇਹੀ ਪੁਆਇੰਟ ਦੇਖ ਲਏ, ਆਪਾਂ ਨੂੰ ਅੱਗੇ ਜਾਣ ਦੀ ਲੋੜ ਨਹੀਂ. ਆਪਾਂ ਨੇ ਕੀ ਦੇਖਿਆ ਕਿ x ਦੀ ਵੈਲਿਊ ਜਦੋਂ 5 ਤੇ 6 ਦੇ ਵਿੱਚ ਹੁੰਦੀ ਹੈ, ਇਸ ਮਤਲਬ उस टाइम फंक्शन का डेरीवेटिव साढ़े कोल की आंदा है 0 आंदा है. मतलब जे साढ़े कोल फंक्शन का डेरीवेटिव 0 आंदा है, इसका मतलब क्या कि जी टेंजेंट होएगी ये सारे पॉइंट्स के उपर जी आप इस फंक्शन का डायग्राम बनावांगे उसके उपर जब आप ये पॉइंटां के उपर टेंजेंट्स ड्रॉ करांगे दैट्स टेंजेंट पैरेलल टू एक्स एक्सिस बिकॉज इट्स डेरीवेटिव इज 0 ना एट दीज पोर्शन. ठीक है. तो अपने को जी टेंजेंट बनेगी 5-6 पॉइंट के उपर, ये टेंजेंट मतलब इसके उपर पैरेलल टू एक्स एक्सिस हो जाएगी. तो मतलब ये सारे पॉइंटां के उपर इसकी टेंजेंट डेरीवेटिव 0 हो जाऊगा. मतलब आप इस इंटरवल के विच बहुत सारे पॉइंट लभ सकते हैं जिन्हों के उपर इसका डेरीवेटिव की हो रहा है 0 हो रहा है. जी अपने को रोल्स थ्योरम की 4th कंडीशन होंगी है. ਹੁਣ ਤੁਸੀਂ ਦੇਖਿਆ कि इस इंटरवल ਦੇ ਵਿੱਚ बहुत सारे पॉइंटां ਦੇ ਉੱਪਰ फंक्शन ਦਾ डेरीवेटिव 0 है, बट दिस फंक्शन इज नॉट कंटिन्यूस, नॉट डिफरेंशिएबल. बिकॉज दिस इज नॉट कंटिन्यूस दैन इट कैन नॉट बी डिफरेंशिएबल. ठीक है ना. उरे तो सानू की पता लगे कि साढ़े कोल ये वाला फंक्शन है जोड़ा वो साढ़े कोल डिफरेंशिएबल भी नहीं, कंटिन्यूस भी नहीं. बट आपां ये देख रहे कि इस फंक्शन दियाँ उस इंटरवल के कई सारे पॉइंट एग्जिस्ट करते हैं जिसके उपर इसका डेरीवेटिव 0 हो रहा है. लास्ट वैल्यूज के उपर भी इसका आंसर सेम नहीं आएगा. 5 के उपर इसका आंसर 5 आएगा, 7 के उपर इसका आंसर 7 आएगा. तो असी की ऑब्जर्व कर लिया है कि जो 3 कंडीशंस ने वी कैन approach the 4th condition, but with the help of 4th condition it doesn't necessarily true the all 3 conditions will fulfill. So we can say the converse of Rolle's theorem is not applicable. ਬੱਚੇ ਦੇਖੋ ਤੁਸੀਂ ਹੁਣ ਜਿਹੜਾ ਮੈਨੂੰ ਤੁਹਾਨੂੰ ਸਮਝਾਇਆ ਰੋਲਸ ਥਿਊਰਮ ਇਸ ਦੀ ਹੈਲਪ ਦੇ ਨਾਲ ਤੁਸੀਂ ਆਪਣੇ 5th ਚੈਪਟਰ ਦੀ ਤੁਹਾਡੀ ਇੱਕ ਐਕਸਰਸਾਈਜ਼ ਪੈਂਡਿੰਗ ਸੀਗੀ ਮੀਨ ਵੈਲਿਊ ਥਿਊਰਮ ਵਾਲੀ, ਉਸ ਨੂੰ ਕਰ ਲਿਓ. ਜੇ ਕੋਈ ਪ੍ਰੋਬਲਮ ਆਏਗੀ ਤਾਂ ਪਲੀਜ਼ ਮੇਰੇ ਨਾਲ ਡਿਸਕਸ ਕਰ ਲਿਓ. ਇਹੀ ਤੁਹਾਡੀ ਰੋਲਸ ਥਿਊਰਮ. ਓਕੇ, ਥੈਂਕ ਯੂ.